ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਫਸਟ ਸੈਸ਼ਨ ਲੈ ਕੇ ਹਾਜ਼ਰ ਹੋਏ ਹਾਂ। ਇਸ ਸੈਸ਼ਨ ਦੇ ਵਿੱਚ ਆਪਾਂ ਪੰਜਾਬ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਰਿਲੇਟਡ ਜੋ ਵੀ ਇੰਪੋਰਟੈਂਟ ਕਰੰਟ ਅਫੇਅਰ ਨੇ ਉਹ ਡਿਸਕਸ ਕਰਾਂਗੇ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ ਪੋਲਿਟੀ, ਮਿਡੀਵਲ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ, ਮਾਡਰਨ ਹਿਸਟਰੀ, ਇਹ ਸਾਰੇ ਸੈਸ਼ਨ ਆਪਣੇ ਚੈਨਲ 'ਤੇ ਆਲਰੇਡੀ ਅਪਲੋਡਡ ਨੇ। ਜੇਕਰ ਤੁਸੀਂ ਇਹਨਾਂ ਦੀਆਂ ਕਲਾਸਿਸ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਆਪਣੇ ਚੈਨਲ 'ਤੇ ਵਿਜ਼ਿਟ ਕਰਕੇ ਇਹ ਸਾਰੀਆਂ ਕਲਾਸਿਸ ਤੁਸੀਂ ਅਟੈਂਡ ਕਰ ਸਕਦੇ ਹੋ। ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਇਹ ਜੋ ਆਪਣੇ ਕਰੰਟ ਅਫੇਅਰ ਦੇ ਸੈਸ਼ਨ ਨੇ ਇਹ ਤੁਹਾਨੂੰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆਪਾਂ ਇਹ ਅਪਲੋਡ ਕਰਿਆ ਕਰਾਂਗੇ। ਸੁਬਾਹ 9 ਵਜੇ ਆਪਣੀ ਕਲਾਸ ਅਪਲੋਡ ਹੋ ਜਾ ਕਰੂਗੀ। ਤੁਸੀਂ ਸਾਰਿਆਂ ਨੇ ਇਹ ਸੈਸ਼ਨ ਅਟੈਂਡ ਕਰਨੇ। ਤੁਹਾਨੂੰ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਇਹ ਜਿਹੜੇ ਆਪਣੇ ਕਰੰਟ ਅਫੇਅਰ ਦੇ ਸੈਸ਼ਨ ਨੇ ਤੁਹਾਨੂੰ ਬਹੁਤ ਫਾਇਦਾ ਦੇਣਗੇ, ਠੀਕ ਹੈ ਜੀ। ਕਿਉਂਕਿ ਇਹਦੇ ਵਿੱਚ ਆਪਾਂ ਸਿਰਫ ਰੈਂਡਮਲੀ ਕਰੰਟ ਅਫੇਅਰ ਡਿਸਕਸ ਕਰਨੇ ਨੇ ਜੋ ਆਪਣੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਜਿਨ੍ਹਾਂ ਦੇ 99% ਚਾਂਸ ਨੇ ਤੁਹਾਡੇ ਪੇਪਰ ਦੇ ਵਿੱਚ ਆਉਣ ਦੇ। ਤਾਂ ਆਪਾਂ ਫਾਲਤੂ ਕੰਟੈਂਟ ਇਹਦੇ ਵਿੱਚ ਡਿਸਕਸ ਨਹੀਂ ਕਰਦੇ ਅਤੇ ਆਪਾਂ ਇਹਨੂੰ ਮਹੀਨਾਵਾਰ ਡਿਸਕਸ ਨਹੀਂ ਕਰਦੇ। ਆਪਾਂ ਰੈਂਡਮਲੀ ਡਿਸਕਸ ਕਰਿਆ ਕਰਾਂਗੇ ਜਿੰਨੇ ਵੀ ਤੁਹਾਡੇ ਇੰਪੋਰਟੈਂਟ ਨੇ। ਜੋ ਵੀ ਕਰੰਟ ਅਫੇਅਰ ਰੋਜ਼ ਆਪਣੇ ਨਿਊਜ਼ ਦੇ ਵਿੱਚ ਹੋਇਆ ਕਰੂ ਉਹ ਆਪਾਂ ਤੁਹਾਡੇ ਅੱਗੇ ਲੈ ਕੇ ਆਇਆ ਕਰਾਂਗੇ, ਠੀਕ ਹੈ ਜੀ। ਤਾਂ ਆਪਣੇ ਸੈਸ਼ਨ ਸਾਰੇ ਅਟੈਂਡ ਕਰਿਓ। ਸੁਬਾਹ 9 ਵਜੇ ਆਇਆ ਕਰਨਗੇ ਸੋਮਵਾਰ ਤੋਂ ਸ਼ੁੱਕਰਵਾਰ, ਠੀਕ ਹੈ ਜੀ। ਫ੍ਰੀ ਆਫ ਕਾਸਟ ਇਹ ਸਾਰੇ ਸੈਸ਼ਨ, ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ, ਅੱਜ ਦੇ ਪਹਿਲੀ ਸਲਾਈਡ ਤੋਂ। ਪਹਿਲਾ ਜਿਹੜਾ ਆਪਣਾ ਫੈਕਟ ਹੈ ਉਹ ਆਪਣੇ ਪ੍ਰੈਜ਼ੀਡੈਂਟ ਬਾਰੇ। ਜੋ ਆਪਣੀ ਨਵੀਂ ਪ੍ਰੈਜ਼ੀਡੈਂਟ ਹੈ ਜਿਹਦੇ ਬਾਰੇ ਤੁਹਾਨੂੰ ਪਤਾ ਹੈ ਕਿ ਦ੍ਰੋਪਦੀ ਮੁਰਮੂ, ਠੀਕ ਹੈ ਜੀ। ਇਹਦੇ ਬਾਰੇ ਆਪਾਂ ਇੱਕ ਇੱਕ ਫੈਕਟ ਪੜ੍ਹਨਾ ਹੈ। ਆਪਾਂ ਜੋ ਵੀ ਕਰੰਟ ਅਫੇਅਰ ਡਿਸਕਸ ਕਰਨਾ ਹੈ ਉਹਦੇ ਬਾਰੇ ਆਪਾਂ ਨੂੰ ਡਿਟੇਲ ਦੇ ਵਿੱਚ ਪਤਾ ਹੋਣਾ ਚਾਹੀਦਾ, ਤਾਂ ਹੀ ਆਪਣਾ ਕਰੰਟ ਅਫੇਅਰ ਪੜ੍ਹੇ ਦਾ ਫਾਇਦਾ, ਠੀਕ ਹੈ ਜੀ। ਇਹ ਨਹੀਂ ਕਿ ਆਪਾਂ ਇੱਕ ਕਰੰਟ ਅਫੇਅਰ ਪੜ੍ਹਿਆ ਅਤੇ ਉਹਨੂੰ ਮਤਲਬ ਉਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਡਿਸਕਸ ਨਹੀਂ ਕੀਤੀ ਅਤੇ ਉਹਨੂੰ ਐਵੇਂ ਸਕਿਪ ਕਰਤਾ ਤਾਂ ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ, ਠੀਕ ਹੈ ਜੀ, ਪੜ੍ਹੇ ਦਾ। ਤਾਂ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜੋ ਵੀ ਇੰਪੋਰਟੈਂਟ ਹੈ ਉਹ ਪਤਾ ਹੋਣਾ ਚਾਹੀਦਾ ਕਿ ਇਹ ਕਿਉਂ ਇੰਪੋਰਟੈਂਟ ਹੈ, ਕਰੰਟ ਅਫੇਅਰ ਦੇ ਵਿੱਚ ਆਪਾਂ ਨੂੰ ਕਿਉਂ ਆ ਸਕਦਾ, ਉਹਦਾ ਤੁਹਾਨੂੰ ਕਾਰਨ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਫਸਟ ਜਿਹੜਾ ਆਪਣਾ ਪੁਆਇੰਟ ਹੈ ਉਹ ਇਹ ਹੈ ਕਿ ਆਪਣੀ 15ਵੀਂ ਪ੍ਰੈਜ਼ੀਡੈਂਟ ਹੈ। ਇੱਕ ਤਾਂ ਇਹ ਤੁਹਾਨੂੰ ਸੀਰੀਜ਼ ਪੁੱਛ ਸਕਦੇ ਨੇ ਕਿ ਜਿਹੜੀ ਆਪਣੀ ਦ੍ਰੋਪਦੀ ਮੁਰਮੂ ਹੈ ਇਹਦੀ ਸੀਰੀਜ਼ ਦੱਸੋ। ਤਾਂ ਇਹ 15ਵੀਂ ਪ੍ਰੈਜ਼ੀਡੈਂਟ ਹੈ ਆਪਣੀ, ਠੀਕ ਹੈ ਜੀ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹਦਾ ਕੀ ਨਾਮ ਹੈ? ਦ੍ਰੋਪਦੀ ਮੁਰਮੂ। ਅਤੇ ਕਦੋਂ ਇਹਨਾਂ ਨੇ ਜੁਆਇਨ ਕਦੋਂ ਕੀਤਾ? 25 ਜੁਲਾਈ 2022 ਦੇ ਵਿੱਚ, ਠੀਕ ਹੈ ਜੀ। 25 ਜੁਲਾਈ 2022 ਦੇ ਵਿੱਚ ਇਹਨਾਂ ਨੇ ਆਪਣਾ ਪਦ ਸੰਭਾਲਿਆ, ਠੀਕ ਹੈ ਜੀ। ਇਹਨਾਂ ਦੀ ਇਲੈਕਸ਼ਨ ਹੋਈ। ਫਰਦਰ ਇਲੈਕਸ਼ਨ ਦੇ ਥਰੂ ਪ੍ਰੈਜ਼ੀਡੈਂਟ ਚੁਣਿਆ ਜਾਂਦਾ, ਆਪਾਂ ਨੂੰ ਸਭ ਨੂੰ ਪਤਾ ਹੀ ਹੈ। ਤਾਂ ਇਹ 15ਵੀਂ ਪ੍ਰੈਜ਼ੀਡੈਂਟ ਹੈ ਦ੍ਰੋਪਦੀ ਮੁਰਮੂ। ਤਾਂ ਸਹੁੰ ਕੌਣ ਚੁਕਾਉਂਦਾ ਹੁੰਦਾ ਇਹਨਾਂ ਨੂੰ? ਪ੍ਰੈਜ਼ੀਡੈਂਟ ਨੂੰ ਸਹੁੰ ਕੌਣ ਚੁਕਾਉਂਦਾ? CJI, ਚੀਫ ਜਸਟਿਸ ਆਫ ਇੰਡੀਆ, ਠੀਕ ਹੈ ਜੀ। ਤਾਂ CJI ਉਸ ਟਾਈਮ 'ਤੇ ਕੌਣ ਸੀ? ਉਹ ਸੀ NV ਰਮਣਾ, ਠੀਕ ਹੈ ਜੀ। ਇਹਦੇ ਬਾਰੇ ਤੁਹਾਨੂੰ ਪੁੱਛਿਆ ਜਾਂਦਾ। NV ਰਮਾਣਾ ਵੀ ਇਹਨੂੰ ਕਹਿ ਦਿੰਦੇ ਨੇ, NV ਰਮਣਾ ਵੀ ਕਹਿ ਦਿੰਦੇ ਨੇ, ਠੀਕ ਹੈ ਜੀ। ਤਾਂ ਓਥ ਜਿਹੜਾ ਚੁਕਾਉਂਦਾ ਹੁੰਦਾ ਰਾਸ਼ਟਰਪਤੀ ਨੂੰ ਉਹ CJI ਚੁਕਾਉਂਦਾ ਹੁੰਦਾ। ਤਾਂ ਉਸ ਟਾਈਮ 'ਤੇ CJI ਕੌਣ ਸੀ? NV ਰਮਣਾ, ਠੀਕ ਹੈ ਜੀ। ਤਾਂ 15ਵੀਂ ਪ੍ਰੈਜ਼ੀਡੈਂਟ ਹੈ ਦ੍ਰੋਪਦੀ ਮੁਰਮੂ, 25 ਜੁਲਾਈ 2022, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ ਫੈਕਟ। ਅਗਲਾ ਜਿਹੜਾ ਆਪਣਾ ਫੈਕਟ ਹੈ ਇਹਦੇ ਬਾਰੇ ਪੁੱਛਿਆ ਕਿਉਂ ਜਾ ਸਕਦਾ ਆਪਾਂ ਨੂੰ? ਕਿਉਂਕਿ ਇਹ ਸੈਕਿੰਡ ਲੇਡੀ ਪ੍ਰੈਜ਼ੀਡੈਂਟ ਹੈ, ਠੀਕ ਹੈ ਜੀ। ਤਾਂ ਕਰਕੇ ਇਹ ਕੁਐਸਚਨ ਤੁਹਾਨੂੰ ਆ ਸਕਦਾ ਹੈ, ਠੀਕ ਹੈ ਜੀ। ਤਾਂ ਫਸਟ ਹੈ ਆਪਣੀ ਪ੍ਰਤਿਭਾ ਦੇਵੀ ਸਿੰਘ ਪਾਟਿਲ, ਠੀਕ ਹੈ ਜੀ। ਤਾਂ ਇਹ ਸੈਕਿੰਡ ਲੇਡੀ ਹੈ, ਦੂਸਰੀ ਇਸਤਰੀ ਰਾਸ਼ਟਰਪਤੀ ਹੈ ਇਹ ਆਪਣੀ ਦ੍ਰੋਪਦੀ ਮੁਰਮੂ, ਠੀਕ ਹੈ ਜੀ। ਤਾਂ ਕਰਕੇ ਇਹਦੇ ਬਾਰੇ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ। ਤਾਂ ਇਹ ਆਪਾਂ ਬੇਸਿਕ ਟੂ ਮੋਡਰੇਟ ਜਾਵਾਂਗੇ, ਠੀਕ ਹੈ ਜੀ। ਪਹਿਲਾਂ ਤੁਹਾਨੂੰ ਬੇਸਿਕ ਪਤਾ ਹੋਣਾ ਚਾਹੀਦਾ ਕਿਉਂਕਿ ਜੇ ਤੁਹਾਨੂੰ ਸਿੰਪਲ ਕਰੰਟ ਅਫੇਅਰ ਆ ਗਿਆ ਅਤੇ ਤੁਸੀਂ ਸਿਰਫ ਮੋਡਰੇਟ ਕਰੇ ਨੇ ਤਾਂ ਤੁਸੀਂ ਇਹ ਅਟੈਂਪਟ ਨਹੀਂ ਕਰ ਸਕਦੇ। ਤੁਹਾਨੂੰ ਬੇਸਿਕ ਟੂ ਮੋਡਰੇਟ ਜਾਣਾ ਪਊਗਾ। ਪਹਿਲਾਂ ਤੁਹਾਨੂੰ ਆਪਣੇ ਇੰਡੀਆ ਬਾਰੇ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ, ਫਿਰ ਆਪਣੇ ਜਿਹੜੇ ਕਰੰਟ ਜੋ ਵੀ ਨਿਊਜ਼ ਆ ਰਹੀ ਹੈ ਉਹ ਆਪਾਂ ਡਿਸਕਸ ਕਰਾਂਗੇ, ਠੀਕ ਹੈ ਜੀ। ਤਾਂ ਸੈਕਿੰਡ ਲੇਡੀ ਪ੍ਰੈਜ਼ੀਡੈਂਟ ਹੈ। ਦੂਸਰਾ ਅਗਲਾ ਜਿਹੜਾ ਇਹਦੇ ਵਿੱਚ ਪੁਆਇੰਟ ਹੈ ਉਹ ਇਹ ਹੈ ਕਿ ਇਹ ਟਰਾਈਬਲ ਕਮਿਊਨਿਟੀ ਨਾਲ ਸੰਬੰਧ ਰੱਖਦੀ ਹੈ, ਤਾਂ ਕਰਕੇ ਇਹਦੇ ਬਾਰੇ ਪੁੱਛਿਆ ਜਾ ਸਕਦਾ ਹੈ। ਫਸਟ ਟਰਾਈਬਲ ਪ੍ਰੈਜ਼ੀਡੈਂਟ ਹੈ ਇਹ। ਟਰਾਈਬ ਤੁਹਾਨੂੰ ਪਤਾ ਕਿ ਅਲੱਗ-ਅਲੱਗ ਆਪਣਾ ਦੇਸ਼ ਹੈ ਜਿਹੜਾ ਉਹ ਭਿੰਨਤਾਵਾਂ ਦਾ ਦੇਸ਼ ਹੈ। ਇੱਥੇ ਬਹੁਤ ਸਾਰੀਆਂ ਜਾਤੀਆਂ, ਪ੍ਰਜਾਤੀਆਂ, ਕਬੀਲੇ ਇੱਥੇ ਰਹਿੰਦੇ ਨੇ, ਠੀਕ ਹੈ ਜੀ। ਤਾਂ ਇਹ ਕਬੀਲੇ ਨਾਲ ਸੰਬੰਧ ਰੱਖਦੀ ਹੈ। ਉਹ ਕਬੀਲੇ ਦਾ ਨਾਮ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਟਰਾਈਬਲ ਕਮਿਊਨਿਟੀ ਨਾਲ ਸੰਬੰਧ ਰੱਖਦੀ ਹੈ। ਸੰਥਾਲ ਕਬੀਲਾ, ਠੀਕ ਹੈ ਜੀ। ਉਹ ਸੰਥਾਲ ਸੱਭਿਅਤਾ ਨਾਲ ਸੰਬੰਧ ਰੱਖਦੀ ਹੈ ਇਹ। ਤਾਂ ਜਿਹੜੀ ਆਪਣੀ ਦ੍ਰੋਪਦੀ ਮੁਰਮੂ ਹੈ 15ਵੀਂ ਪ੍ਰੈਜ਼ੀਡੈਂਟ, ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਨੂੰ ਪ੍ਰੀਵੀਅਸ ਪ੍ਰੈਜ਼ੀਡੈਂਟ ਪੁੱਛ ਸਕਦੇ ਨੇ ਕਿ 14ਵਾਂ ਪ੍ਰੈਜ਼ੀਡੈਂਟ ਆਪਣਾ ਕੌਣ ਸੀ? ਤਾਂ ਉਹ ਸੀਗਾ ਆਪਣਾ ਰਾਮਨਾਥ ਕੋਵਿੰਦ, ਠੀਕ ਹੈ ਜੀ। ਜਿਹੜਾ ਇਸ ਤੋਂ ਪਹਿਲਾਂ ਸੀ ਰਾਮਨਾਥ
ਕੋਵਿੰਦ। ਇਹਦੇ ਬਾਰੇ ਵੀ ਤੁਹਾਨੂੰ ਪੁੱਛਿਆ ਜਾ ਸਕਦਾ, ਠੀਕ ਹੈ ਜੀ। तो ਆਪਾਂ ਸਾਰੇ ਫੈਕਟ ਇਹਦੇ ਨਾਲ ਰਿਲੇਟਡ ਡਿਸਕਸ ਕਰਿਆ ਕਰਾਂਗੇ, ਜੋ ਵੀ ਤੁਹਾਡਾ ਇੰਪੋਰਟੈਂਟ ਕਰੰਟ ਅਫੇਅਰ ਹੈ। ਅਗਲਾ ਜਿਹੜਾ ਆਪਣਾ ਫੈਕਟ ਹੈ ਉਹ ਹੈ ਵਾਈਸ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਆਪਾਂ ਨੂੰ ਪਤਾ ਚੱਲ ਗਿਆ ਕਿ ਦ੍ਰੋਪਦੀ ਮੁਰਮੂ ਹੈ, ਤਾਂ ਵਾਈਸ ਪ੍ਰੈਜ਼ੀਡੈਂਟ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇੱਕ ਤੁਹਾਨੂੰ ਇਹਦੀ ਸੀਰੀਜ਼ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਕਿ ਕਿੰਨਵਾਂ ਵਾਈਸ ਪ੍ਰੈਜ਼ੀਡੈਂਟ ਚੱਲ ਰਿਹਾ, ਤਾਂ ਉਹ ਆਪਣਾ 14ਵਾਂ ਵਾਈਸ ਪ੍ਰੈਜ਼ੀਡੈਂਟ ਹੈ। ਇਹਦਾ ਨਾਮ ਹੈ ਜਗਦੀਪ ਧਨਖੜ, ਠੀਕ ਹੈ ਜੀ। ਜਗਦੀਪ ਧਨਖੜ ਹੈ ਇਹ 14ਵੇਂ ਆਪਣੇ ਉਪ ਰਾਸ਼ਟਰਪਤੀ ਨੇ, ਵਾਈਸ ਪ੍ਰੈਜ਼ੀਡੈਂਟ ਨੇ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਇਹਨਾਂ ਦੇ ਨਾਲ ਰਿਲੇਟਡ ਹੋਰ ਵੀ ਫੈਕਟ, ਕਿਉਂਕਿ ਪ੍ਰੀਵੀਅਸ ਕਈ ਵਾਰੀ ਪੁੱਛ ਲੈਂਦੇ ਨੇ ਕਿ 13ਵੇਂ ਕੌਣ ਸੀ ਆਪਣੇ, ਤਾਂ ਉਹ ਸੀਗੇ ਆਪਣੇ ਐਮ ਵੈਂਕਈਆ ਨਾਇਡੂ, ਠੀਕ ਹੈ ਜੀ। ਐਮ ਵੈਂਕਈਆ ਨਾਇਡੂ ਇਹ ਆਪਣੇ 13ਵੇਂ ਵਾਈਸ ਪ੍ਰੈਜ਼ੀਡੈਂਟ ਸੀਗੇ। 14ਵੇਂ ਨੇ ਆਪਣੇ ਜਗਦੀਪ ਧਨਖੜ, ਠੀਕ ਹੈ ਜੀ। ਤਾਂ ਇਹ 14ਵੇਂ ਵਾਈਸ ਪ੍ਰੈਜ਼ੀਡੈਂਟ ਨੇ, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਆਪਣਾ ਫੈਕਟ ਹੈ ਉਹ ਹੈ ਲੋਕ ਸਭਾ ਦਾ ਸਪੀਕਰ ਵੀ ਤੁਹਾਨੂੰ ਪੁੱਛ ਸਕਦੇ, ਕਿਉਂਕਿ ਇਹ ਬਹੁਤ ਇੰਪੋਰਟੈਂਟ ਪੋਸਟ ਹੈ, ਲੋਕ ਸਭਾ ਦਾ ਸਪੀਕਰ, ਠੀਕ ਹੈ ਜੀ। ਇਸ ਟਾਈਮ ਤੇ ਕੌਣ ਹੈ? ਓਮ ਬਿਰਲਾ, ਠੀਕ ਹੈ ਜੀ। ਓਮ ਬਿਰਲਾ ਆਪਣਾ ਲੋਕ ਸਭਾ ਦਾ ਸਪੀਕਰ ਹੈ, ਤੇ ਇਹ 17ਵਾਂ ਲੋਕ ਸਭਾ ਦਾ ਸਪੀਕਰ ਹੈ, ਠੀਕ ਹੈ ਜੀ। 17ਵਾਂ ਲੋਕ ਸਭਾ ਦਾ ਸਪੀਕਰ ਹੈ ਇਹ। ਤਾਂ ਤੁਹਾਨੂੰ 16ਵਾਂ ਪੁੱਛ ਸਕਦੇ ਨੇ, ਤਾਂ 16ਵਾਂ ਜਿਹੜੇ ਸੀਗੇ ਆਪਣੇ ਸੁਮਿਤਰਾ ਮਹਾਜਨ ਸੀ। ਸੁਮਿਤਰਾ ਮਹਾਜਨ ਇਹ ਇੱਕ ਲੇਡੀ ਸੀ, 16ਵੀਂ ਮਤਲਬ ਆਪਣੀ ਲੋਕ ਸਭਾ ਦੀ ਸਪੀਕਰ ਸੀ। ਇਸ ਤੋਂ ਬਾਅਦ ਮੀਰਾ ਕੁਮਾਰ ਬਾਰੇ ਬਹੁਤ ਕੁਐਸਚਨ ਆਉਂਦਾ ਹੁੰਦਾ, ਠੀਕ ਹੈ ਜੀ। ਮੀਰਾ ਕੁਮਾਰ, ਕਿਉਂਕਿ ਆਪਾਂ ਅਕਸਰ ਹੀ ਆਪਾਂ ਟਿਕ ਲਾ ਕੇ ਆਉਂਦੇ ਹੁੰਦੇ ਹਾਂ, ਲੋਕ ਸਭਾ ਦਾ ਸਪੀਕਰ ਮੀਰਾ ਕੁਮਾਰ ਸੀ, ਠੀਕ ਹੈ। ਤਾਂ 15ਵੀਂ ਆਪਾਂ ਆਪਣੀ ਲੋਕ ਸਭਾ ਦੀ ਸਪੀਕਰ ਸੀ ਮੀਰਾ ਕੁਮਾਰ, ਠੀਕ ਹੈ ਜੀ। ਇਹਦੇ ਬਾਰੇ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ 15, 16 ਅਤੇ 17 ਇਹ ਤਿੰਨੋਂ ਤੁਹਾਡੇ ਤਿੰਨੋਂ ਜਿਹੜੇ ਆਪਣੀ ਸੀਰੀਜ਼ ਦੇ ਲੋਕ ਸਭਾ ਦੇ ਸਪੀਕਰ ਨੇ ਤੁਹਾਡੇ ਕਵਰ ਹੋ ਗਏ ਨੇ। ਤਾਂ ਓਮ ਬਿਰਲਾ ਐਟ ਪ੍ਰੈਜ਼ੈਂਟ ਹੈ, ਠੀਕ ਹੈ ਜੀ। ਤਾਂ ਇਹ ਤੁਹਾਡਾ ਬੇਸਿਕ ਜਾਣਕਾਰੀ ਹੈ, ਠੀਕ ਹੈ ਜੀ। ਬੇਸਿਕ ਤੋਂ ਆਪਾਂ ਸਟਾਰਟ ਕਰਾਂਗੇ ਅਤੇ ਹੌਲੀ ਹੌਲੀ ਆਪਾਂ G20 ਸਮਿਟ ਵੀ ਕਰਾਂਗੇ, ਠੀਕ ਹੈ ਜੀ। ਓਲੰਪਿਕਸ ਜਿੰਨੀਆਂ ਆਪਣੀਆਂ ਹੋਈਆਂ ਨੇ ਪਿਛਲੇ, ਜਿੰਨੇ ਵੀ ਆਪਣੇ 6 ਮੰਥ ਦੇ ਪ੍ਰੀਵੀਅਸ ਆਪਣੇ ਕਰੰਟ ਅਫੇਅਰ ਨੇ, ਉਹ ਵੀ ਆਪਾਂ ਨਾਲ ਦੀ ਨਾਲ ਕਵਰ ਕਰਦੇ ਜਾਵਾਂਗੇ। ਅਤੇ ਨਾਲ ਜਿਹੜੇ ਤੁਹਾਡੇ 2023 ਦੇ ਨੇ ਉਹ ਵੀ ਆਪਾਂ ਔਨਗੋਇੰਗ ਆਪਣਾ ਸਾਰਾ ਚੱਲੂਗਾ ਇਹ ਪ੍ਰੋਸੈਸ, ਠੀਕ ਹੈ ਜੀ। ਤਾਂ 15ਵੀਂ ਪ੍ਰੈਜ਼ੀਡੈਂਟ ਸੀ ਆਪਣੀ ਲੋਕ ਸਭਾ ਦੀ ਸਪੀਕਰ, ਲੋਕ ਸਭਾ ਦੀ ਸਪੀਕਰ ਸੀ ਜਿਹੜੀ ਆਪਣੀ ਮੀਰਾ ਕੁਮਾਰ, 15ਵੀਂ, ਠੀਕ ਹੈ ਜੀ। ਤਾਂ ਇਹ ਤਿੰਨੋਂ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਤਿੰਨਾਂ ਬਾਰੇ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਉਹ ਹੈ CAG, ਬਹੁਤ ਇੰਪੋਰਟੈਂਟ ਪੋਸਟ ਹੈ ਇਹ। ਇੱਕ ਤਾਂ ਇਹਦਾ ਆਰਟੀਕਲ ਤੁਹਾਨੂੰ ਪੁੱਛ ਸਕਦੇ ਨੇ, 148 ਨੰਬਰ ਆਰਟੀਕਲ ਹੈ ਇਹਦਾ। ਇਹ ਕੀ ਹੁੰਦਾ? ਇਹ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, ਠੀਕ ਹੈ ਜੀ। ਤਾਂ ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਹੁੰਦਾ ਇਹ। ਤਾਂ ਇਸ ਟਾਈਮ 'ਤੇ ਆਪਣਾ ਕੌਣ ਹੈ? ਇਹ ਆਪਣਾ ਗਿਰੀਸ਼ ਚੰਦਰ ਮੁਰਮੂ, 15ਵਾਂ ਇਹ, ਠੀਕ ਹੈ ਜੀ। 15ਵੀਂ ਸੀਰੀਜ਼ ਚੱਲ ਰਹੀ ਹੈ ਇਹਦੀ, ਕੈਗ ਦੀ, ਆਪਣੀ ਦੀ ਕੈਗ ਕਿਹਾ ਜਾਂਦਾ ਇਹਨੂੰ ਸ਼ਾਰਟ ਫਾਰਮ ਦੇ ਵਿੱਚ, ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਇਹ ਆਪਣਾ ਸਾਰਾ ਲੇਖਾ ਜੋਖਾ ਇਹ ਰੱਖਦਾ ਆਪਣੇ ਖਰਚੇ ਦਾ, ਇੰਡੀਆ ਦਾ ਜਿੰਨਾ ਵੀ ਖਰਚ ਹੁੰਦਾ, ਠੀਕ ਹੈ ਜੀ। ਇਹ ਕਿਸੇ ਤੋਂ ਵੀ ਇਹ ਆਪਣਾ ਜੋ ਹੈ ਪੈਸੇ ਟਕੇ ਦਾ ਹਿਸਾਬ ਮੰਗ ਸਕਦਾ, ਤਾਂ ਆਪਾਂ ਇਹਨੂੰ ਕਹਿ ਸਕਦੇ ਹਾਂ। ਤਾਂ ਗਿਰੀਸ਼ ਚੰਦਰ ਮੁਰਮੂ ਇਹ ਆਪਣੇ 15ਵੇਂ ਨੇ। ਤਾਂ ਕਈ ਵਾਰੀ ਗਿਰੀਸ਼ ਚੰਦਰ ਮੁਰਮੂ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਇਹ ਕਿੱਥੋਂ ਨੇ, ਠੀਕ ਹੈ ਜੀ। ਤਾਂ ਇਹ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਜਨਰਲ ਨੇ, ਠੀਕ ਹੈ ਜੀ। ਤਾਂ ਰਿਟਾਇਰਡ ਲੈਫਟੀਨੈਂਟ ਗਵਰਨਰ ਜਨਰਲ ਨੇ ਇਹ ਜੰਮੂ ਕਸ਼ਮੀਰ ਦੇ, ਤੁਹਾਨੂੰ ਪੁੱਛਿਆ ਜਾ ਸਕਦਾ ਗਿਰੀਸ਼ ਚੰਦਰ ਮੁਰਮੂ, ਠੀਕ ਹੈ ਜੀ। ਤਾਂ ਕੈਗ ਨੇ ਇਹ ਆਪਣੇ, ਕੈਗ ਦੇ ਨਾਲ ਰਿਲੇਟਡ ਜਿਹੜਾ ਆਰਟੀਕਲ ਹੈ 148 ਹੈ। ਤਾਂ ਐਟ ਟਾਈਮ 15ਵੇਂ ਆਪਣੇ ਪੁੱਛਿਆ ਜਾ ਸਕਦਾ ਤੁਹਾਨੂੰ ਕਿ 15ਵੇਂ ਆਪਣੇ ਕੈਗ ਕੌਣ ਨੇ, ਕਿਉਂਕਿ ਇਹ ਬਹੁਤ ਇੰਪੋਰਟੈਂਟ ਪੋਸਟ ਹੈ, ਇਹਦੇ ਬਾਰੇ ਪੁੱਛਿਆ ਜਾ ਸਕਦਾ। ਤਾਂ 14th ਆਲਸੋ, ਇਹ ਮੈਂ ਨੀਚੇ ਮੈਂਸ਼ਨ ਕੀਤਾ ਹੋਇਆ ਕਿ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ 14ਵੇਂ ਆਪਣੇ ਕੈਗ ਕੌਣ ਸੀ, ਤਾਂ ਉਹ ਵੀ ਸੇਮ ਹੀ ਸੀਗੇ ਆਪਣੇ ਗਿਰੀਸ਼ ਚੰਦਰ ਮੁਰਮੂ। ਇਹ ਲਗਾਤਾਰ ਹੀ ਆਪਣੀ ਸੇਵਾ ਮਤਲਬ ਦੇ ਰਹੇ ਨੇ। 14ਵੇਂ ਵੀ ਇਹੀ ਸੀ ਅਤੇ 15ਵੇਂ ਵੀ ਆਪਣੇ ਕੈਗ ਗਿਰੀਸ਼ ਚੰਦਰ ਮੁਰਮੂ ਨੇ, ਇਹ ਤੁਹਾਨੂੰ ਪੁੱਛਿਆ ਜਾ ਸਕਦਾ। ਅਗਲਾ ਜਿਹੜਾ ਆਪਣਾ ਫੈਕਟ ਹੈ ਉਹ ਤੁਹਾਨੂੰ ਅਟਾਰਨੀ ਜਨਰਲ ਵਾਲੇ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਅਟਾਰਨੀ ਜਨਰਲ ਵੀ ਆਪਣੀ ਇੱਕ ਬਹੁਤ ਇੰਪੋਰਟੈਂਟ ਪੋਸਟ ਹੈ। ਇਹ ਆਪਣਾ ਫਸਟ ਲਾਅ ਆਫਿਸਰ ਆਫ ਇੰਡੀਆ ਇਹਨੂੰ ਕਿਹਾ ਜਾਂਦਾ ਹੈ, ਫਸਟ ਲਾਅ ਆਫਿਸਰ ਆਫ ਇੰਡੀਆ, ਅਟਾਰਨੀ ਜਨਰਲ, ਠੀਕ ਹੈ ਜੀ। ਤਾਂ ਆਰਟੀਕਲ 76 ਇਹਦੇ ਨਾਲ ਰਿਲੇਟਡ ਹੈ। ਨਾਲ ਆਪਾਂ ਹੋਰ ਵੀ ਫੈਕਟ ਕਰੀ ਜਾਣੇ ਨੇ ਨਾਲ ਨਾਲ, ਜੋ ਵੀ ਤੁਹਾਡੇ ਇੰਪੋਰਟੈਂਟ ਨੇ। ਆਰਟੀਕਲ 76 ਇਹਦੇ ਨਾਲ ਰਿਲੇਟਡ ਹੈਗਾ, ਅਟਾਰਨੀ ਜਨਰਲ ਆਫ ਇੰਡੀਆ। ਤਾਂ ਇਹ 15ਵੀਂ ਹੈ ਇਹਦੀ ਵੀ, ਮਤਲਬ 15ਵੀਂ ਸੀਰੀਜ਼ ਚੱਲ ਰਹੀ ਹੈ। 15ਵੇਂ ਅਟਾਰਨੀ ਜਨਰਲ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕੇ ਵੇਣੂ ਗੋਪਾਲ ਇਹ ਆਪਣੇ, ਠੀਕ ਹੈ ਜੀ। ਐਟ ਪ੍ਰੈਜ਼ੈਂਟ ਕੇ ਵੇਣੂ ਗੋਪਾਲ, ਠੀਕ ਹੈ ਜੀ। ਅਟਾਰਨੀ ਜਨਰਲ ਆਪਣੇ 15ਵੇਂ ਕੇ ਵੇਣੂ ਗੋਪਾਲ, ਇਹਨਾਂ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ 14th ਤੁਹਾਨੂੰ ਪੁੱਛਿਆ ਜਾ ਸਕਦਾ ਪ੍ਰੀਵੀਅਸ, ਕਿਉਂਕਿ ਆਪਾਂ ਨਾਲ ਨਾਲ ਪ੍ਰੀਵੀਅਸ ਵੀ ਕਰਨੇ ਨੇ ਜਿਹੜੇ ਇਸ ਤੋਂ ਪਹਿਲਾਂ ਸੀ। ਤਾਂ 14th ਸੀਗੇ ਆਪਣੇ ਆਰ ਵੈਂਕਟਾ ਰਮਨੀ, ਠੀਕ ਹੈ ਜੀ। ਆਰ ਵੈਂਕਟਾ ਰਮਨੀ ਇਹ ਆਪਣੇ 14th ਸੀਗੇ ਅਟਾਰਨੀ ਜਨਰਲ, ਠੀਕ ਹੈ ਜੀ। ਅਟਾਰਨੀ ਜਨਰਲ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਪੋਸਟ ਹੈ ਇਹ ਆਪਣੀ। ਅਗਲਾ ਜਿਹੜਾ ਆਪਣਾ ਫੈਕਟ ਹੈ ਇਹਦੇ ਬਾਰੇ ਬਹੁਤ ਕੁਐਸਚਨ ਆਉਂਦਾ ਹਰ ਵਾਰ, ਕਰੰਟ ਅਫੇਅਰਸ ਦੇ ਵਿੱਚ ਪੁੱਛਿਆ ਜਾਂਦਾ, ਠੀਕ ਹੈ ਜੀ। 15th ਆਪਣੇ ਚੀਫ ਜਸਟਿਸ ਆਫ ਇੰਡੀਆ। ਚੀਫ ਜਸਟਿਸ ਆਫ ਇੰਡੀਆ ਕੌਣ ਹੁੰਦਾ? ਜਿਹੜਾ ਪ੍ਰੈਜ਼ੀਡੈਂਟ ਨੂੰ ਸਹੁੰ ਚੁਕਾਉਂਦਾ ਹੁੰਦਾ।
ਤਾਂ ਇਹ ਜਿਹੜੀ ਹੁਣ ਸੀਰੀਜ਼ ਚੱਲ ਰਹੀ ਹੈ ਉਹ 15th ਚੱਲ ਰਹੀ ਹੈ। ਤਾਂ ਜਿਹੜੇ ਆਪਣੇ 15th ਨੇ ਇਹ ਨੇ DY ਚੰਦਰਚੂੜ, ਠੀਕ ਹੈ ਜੀ, DY ਚੰਦਰਚੂੜ ਇਹ ਆਪਣੇ 15th ਚੀਫ ਜਸਟਿਸ ਆਫ ਇੰਡੀਆ ਨੇ ਐਟ ਪ੍ਰੈਜੈਂਟ। ਇਹਨਾਂ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ। 49th ਤੁਹਾਨੂੰ ਪੁੱਛਿਆ ਜਾ ਸਕਦਾ। 49ਵੇਂ ਆਪਣੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਸੀ ਉਹ ਕੌਣ ਸੀ? ਉਹ ਸੀਗੇ UU ਲਲਿਤ। UU ਲਲਿਤ, ਇਹਨਾਂ ਦਾ ਪੂਰਾ ਨਾਮ ਹੈ ਉਦੈ ਉਮੇਸ਼ ਲਲਿਤ, ਠੀਕ ਹੈ ਜੀ। ਇਹਨਾਂ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ। 49th ਸੀਗੇ ਆਪਣੇ UU ਲਲਿਤ। 48th ਤੁਹਾਨੂੰ ਪੁੱਛਿਆ ਜਾ ਸਕਦਾ ਕਿਉਂਕਿ ਬਹੁਤ ਇੰਪੋਰਟੈਂਟ ਨੇ, NV ਰਮਨਾ, ਠੀਕ ਹੈ ਜੀ। 48th ਸੀਗੇ ਆਪਣੇ 48th ਚੀਫ ਜਸਟਿਸ ਆਫ ਇੰਡੀਆ NV ਰਮਨਾ। ਰਮਾਣਾ ਵੀ ਕਿਹਾ ਜਾਂਦਾ, NV ਰਮਨਾ ਵੀ, ਠੀਕ ਹੈ ਜੀ, ਪ੍ਰੋਨਾਂਸੀਏਸ਼ਨ ਅਲੱਗ-ਅਲੱਗ ਹੈ। ਤਾਂ 48 ਸੀਗੇ ਆਪਣੇ। ਇਹਨਾਂ ਬਾਰੇ ਬਹੁਤ ਕੁਐਸਚਨ ਆਉਂਦੇ ਨੇ, ਠੀਕ ਹੈ ਜੀ। ਤਾਂ ਇਹ ਤੁਹਾਡਾ ਸਾਰਾ ਫੈਕਟ ਆਪਾਂ ਇੱਕੋ ਫੈਕਟ ਦੇ ਵਿੱਚ ਆਪਾਂ ਤਿੰਨੋਂ ਫੈਕਟ ਆਪਾਂ ਕਲੀਅਰ ਕਰ ਦਿੱਤੇ ਨੇ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਫੈਕਟ ਹੈ ਉਹ ਹੈ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਠੀਕ ਹੈ ਜੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਜਿਹੜੇ ਐਟ ਪ੍ਰੈਜੈਂਟ ਨੇ ਰਵੀ ਸ਼ੰਕਰ ਝਾ। ਇਹਨਾਂ ਬਾਰੇ ਪੁੱਛਿਆ ਜਾ ਸਕਦਾ ਤੁਹਾਨੂੰ, ਠੀਕ ਹੈ ਜੀ। ਆਪਣੀ ਜਿਹੜੀ ਸਾਂਝੀ ਆਪਣੀ ਕੋਰਟ ਹੈ, ਇੱਕ ਤਾਂ ਤੁਹਾਨੂੰ ਇਹ ਵੀ ਤੁਹਾਡਾ ਇਹ ਕੁਐਸਚਨ ਇਹਦੇ ਵਿੱਚ ਹੱਲ ਹੋ ਗਿਆ ਕਿ ਜਿਹੜੀ ਹਾਈ ਕੋਰਟ ਹੈ ਮੰਨ ਲਓ ਉਹ ਇੱਕ ਤੋਂ ਵੱਧ ਰਾਜਾਂ ਦੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ? ਤਾਂ ਹੋ ਸਕਦੀ ਹੈ, ਕਿਉਂਕਿ ਆਪਣੇ ਸਾਹਮਣੇ ਐਗਜ਼ਾਮਪਲ ਹੈ ਜਿਹੜੀ ਆਪਣੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਹੈ ਉਹ ਸੇਮ ਹੈ, ਠੀਕ ਹੈ ਜੀ। ਤਾਂ ਜਿਹੜੀ ਆਪਣੀ ਚੰਡੀਗੜ੍ਹ ਦੇ ਵਿੱਚ ਹੈ, ਤਾਂ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਹ ਤੁਹਾਨੂੰ ਪੁੱਛ ਸਕਦੇ ਨੇ, ਚੰਡੀਗੜ੍ਹ ਦੇ ਵਿੱਚ ਹੈ ਇਹ। ਤਾਂ ਰਵੀ ਸ਼ੰਕਰ ਝਾ, ਇਹਨਾਂ ਬਾਰੇ ਪੁੱਛਿਆ ਜਾ ਸਕਦਾ, ਬਹੁਤ ਇੰਪੋਰਟੈਂਟ ਹੈ ਕਿਉਂਕਿ ਆਪਾਂ ਪੰਜਾਬ ਦੇ ਪੇਪਰ ਜੇ ਆਪਾਂ ਦੇਣੇ ਆ ਤਾਂ ਇਹਨਾਂ ਬਾਰੇ ਕੁਐਸਚਨ ਤੁਹਾਨੂੰ ਆ ਸਕਦਾ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪੁੱਛਿਆ ਜਾ ਸਕਦਾ ਰਵੀ ਸ਼ੰਕਰ ਝਾ ਐਟ ਪ੍ਰੈਜੈਂਟ। ਅਗਲਾ ਜਿਹੜਾ ਆਪਾਂ ਨੂੰ ਕੁਐਸਚਨ ਆਉਂਦਾ ਆਰਮੀ ਸਟਾਫ ਦੇ ਵਿੱਚੋਂ ਵੀ ਆ ਜਾਂਦਾ ਹੁੰਦਾ, ਠੀਕ ਹੈ ਜੀ। ਥਲ ਸੈਨਾ ਜਿਹੜੀ ਆਪਣੀ ਆਰਮੀ ਹੈ, ਜਿਹੜੀ ਆਪਣੀ ਥਲ ਸੈਨਾ ਦੇ ਚੀਫ, ਇਹਨਾਂ ਬਾਰੇ ਪੁੱਛਿਆ ਜਾ ਸਕਦਾ। ਤਾਂ ਜਨਰਲ ਮਨੋਜ ਪਾਂਡੇ ਜਿਹੜੇ ਐਟ ਪ੍ਰੈਜੈਂਟ ਨੇ, ਠੀਕ ਹੈ ਜੀ। ਤਾਂ ਜਨਰਲ ਮਨੋਜ ਪਾਂਡੇ ਜਿਹੜੇ ਆਪਣੇ ਕਰੰਟ ਚੀਫ ਆਫ ਆਰਮੀ ਸਟਾਫ ਨੇ, ਜਨਰਲ ਮਨੋਜ ਪਾਂਡੇ, ਠੀਕ ਹੈ ਜੀ। ਇਹਨਾਂ ਬਾਰੇ ਪੁੱਛਿਆ ਜਾ ਸਕਦਾ। ਤਾਂ ਤੁਹਾਨੂੰ ਆਰਮੀ, ਨੇਵੀ ਅਤੇ ਏਅਰ ਫੋਰਸ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਨੇਵੀ ਦੇ ਆਪਣੇ ਹੁੰਦੇ ਨੇ ਐਡਮਿਰਲ। ਤਾਂ ਜਿਹੜੇ ਆਪਣੇ ਆਰਮੀ ਸਟਾਫ ਥਲ ਸੈਨਾ ਦੇ ਪ੍ਰਮੁੱਖ ਨੇ ਜਨਰਲ ਮਨੋਜ ਪਾਂਡੇ ਐਟ ਪ੍ਰੈਜੈਂਟ, ਠੀਕ ਹੈ ਜੀ। ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਆਪਣਾ ਫੈਕਟ ਹੈ ਕਰੰਟ ਚੀਫ ਆਫ ਨੇਵੀ ਸਟਾਫ, ਠੀਕ ਹੈ ਜੀ। ਇਹ ਆਪਣੀ ਜਲ ਸੈਨਾ, ਜਲ ਸੈਨਾ ਦੇ ਚੀਫ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ, ਐਡਮਿਰਲ ਇਹਨਾਂ ਨੂੰ ਕਿਹਾ ਜਾਂਦਾ। ਆਰ ਹਰੀ ਕੁਮਾਰ ਜਿਹੜੇ ਐਟ ਪ੍ਰੈਜੈਂਟ ਨੇ ਉਹ ਕੌਣ ਨੇ? ਆਰ ਹਰੀ ਕੁਮਾਰ, ਇਹਨਾਂ ਬਾਰੇ ਵੀ ਪੁੱਛਿਆ ਜਾ ਸਕਦਾ ਹੈ। ਅਗਲਾ ਜਿਹੜਾ ਆਪਣਾ ਅੱਜ ਦਾ ਲਾਸਟ ਜੋ ਆਪਣਾ ਕਰੰਟ ਅਫੇਅਰ ਹੈ ਉਹ ਹੈ ਕਰੰਟ ਚੀਫ ਆਫ ਏਅਰ ਫੋਰਸ। ਤਾਂ ਇਹ ਤਿੰਨੋਂ ਆਰਮਡ ਫੋਰਸਿਸ ਨੇ ਜੋ ਆਪਣੀ, ਇਹਨਾਂ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ। ਤਾਂ ਏਅਰ ਫੋਰਸ ਦੇ ਹਵਾਈ ਸੈਨਾ ਦੇ ਪੁੱਛਿਆ ਜਾ ਸਕਦਾ। ਤਾਂ VR ਚੌਧਰੀ, ਠੀਕ ਹੈ ਜੀ, ਐਟ ਪ੍ਰੈਜੈਂਟ ਨੇ ਆਪਣੇ ਚੀਫ ਨੇ ਜਿਹੜੇ। ਤਾਂ VR ਚੌਧਰੀ, ਠੀਕ ਹੈ ਜੀ। ਤਾਂ ਇਹ ਆਪਣੀ ਫਸਟ ਜਿਹੜੀ ਕਰੰਟ ਅਫੇਅਰ ਦੀ ਕਲਾਸ ਸੀ, ਇਹ ਤੁਸੀਂ ਇੱਕ ਡੈਮੋ ਕਲਾਸ ਹੀ ਸਮਝੋ, ਠੀਕ ਹੈ ਜੀ। ਇਹਦੇ ਵਿੱਚ ਤੁਹਾਨੂੰ ਇੱਕ ਡੈਮੋ ਦਿੱਤੀ ਗਈ ਹੈ। ਇਸ ਤੋਂ ਬਾਅਦ ਆਪਣੀਆਂ ਰੀਅਲ ਜਿਹੜੀਆਂ ਕਲਾਸਿਸ ਨੇ ਉਹ ਸਟਾਰਟ ਹੋਣਗੀਆਂ। ਉਹਦੇ 'ਚ ਆਪਾਂ 15 ਤੋਂ ਇੱਕ ਕਲਾਸ ਦੇ ਵਿੱਚ 15 20 ਫੈਕਟ ਹੈ ਜਿਹੜੇ ਉਹ ਕਲੀਅਰ ਕਰਿਆ ਕਰਾਂਗੇ। ਜਿਹੜਾ ਤੁਹਾਡਾ ਕਰੰਟ ਹੁਣ ਚੱਲ ਰਿਹਾ ਅਤੇ ਜਿਹੜਾ ਪਿਛਲੇ 6 ਮਹੀਨਿਆਂ ਦੇ ਵਿੱਚ ਕੁਛ ਵੀ ਹੋਇਆ ਤਾਂ ਉਹ ਆਪਾਂ ਸਾਰਾ ਇਹਦੇ ਵਿੱਚ ਕਵਰ ਕਰਾਂਗੇ। ਇੱਕ ਵੀ ਆਪਣਾ ਫੈਕਟ ਹੈ ਜਿਹੜਾ ਉਹ ਫਾਲਤੂ ਨਹੀਂ ਹੋਊਗਾ ਅਤੇ ਜਿੰਨੇ ਕਰੰਟ ਅਫੇਅਰ ਆਪਾਂ ਕਰਵਾਵਾਂਗੇ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਉਹ ਪੁੱਛੇ ਜਾਣਗੇ, ਠੀਕ ਹੈ ਜੀ। ਤਾਂ ਇਹ ਸਿਰਫ ਆਪਣੀ ਇੱਕ ਡੈਮੋ ਕਲਾਸ ਸੀ। ਇਸ ਤੋਂ ਬਾਅਦ ਆਪਣੀਆਂ ਬੈਕ ਟੂ ਬੈਕ ਕਲਾਸਿਸ ਆਉਣਗੀਆਂ। ਰੋਜ਼ਾਨਾ ਆਪਣੀ 9 ਵਜੇ ਕਲਾਸ ਕਰੰਟ ਅਫੇਅਰ ਦੀ ਅਪਲੋਡ ਹੋਇਆ ਕਰੂਗੀ। ਇੱਕ ਵੀ ਸੈਸ਼ਨ ਨੂੰ ਮਿਸ ਨਾ ਕਰਿਓ, ਠੀਕ ਹੈ ਜੀ। ਤੁਹਾਨੂੰ ਆਉਣ ਵਾਲੇ ਸਾਰੇ ਪੇਪਰ ਜੋ ਇੰਡੀਆ ਲੈਵਲ ਦੇ ਹੋਣ, ਬੇਸ਼ੱਕ ਉਹ ਪੰਜਾਬ ਲੈਵਲ ਦੇ ਹੋਣ, ਸਾਰਿਆਂ ਦੇ ਵਿੱਚ ਬਹੁਤ ਤੁਹਾਨੂੰ ਫਾਇਦਾ ਦੇਣਗੇ, ਠੀਕ ਹੈ ਜੀ। ਤੁਹਾਡਾ ਇੱਕ ਬੇਸਿਕ ਜਾਣਕਾਰੀ ਆਪਾਂ ਦਿੱਤੀ ਹੈ। ਕਰੰਟ ਅਫੇਅਰ ਆਪਣੇ ਰੀਅਲ ਹੈ ਜਿਹੜੇ ਉਹ ਕੱਲ੍ਹ ਤੋਂ ਆਪਾਂ ਸਟਾਰਟ ਕਰ ਦਾਂਗੇ, ਠੀਕ ਹੈ ਜੀ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਜੇਕਰ ਸੈਸ਼ਨ ਚੰਗਾ ਲੱਗਿਆ ਤਾਂ ਇਹਨੂੰ ਲਾਈਕ ਕਰ ਦਿਓ, ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ। ਤਾਂ ਆਪਣੇ ਸੈਸ਼ਨ ਹੈ ਜਿਹੜੇ ਉਹ ਬੈਕ ਟੂ ਬੈਕ ਆਉਂਦੇ ਰਹਿਣਗੇ, ਠੀਕ ਹੈ ਜੀ। ਅਟੈਂਡ ਕਰਦੇ ਰਹੋ, ਤੁਹਾਨੂੰ ਬਹੁਤ ਫਾਇਦਾ ਦੇਣਗੇ। ਤਾਂ ਅੱਜ ਦੀ ਕਲਾਸ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਕਲਾਸ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।